ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧि ਸਮਝਾਵੋ। हम अज्ञान अल्प मत थोड़ी तुम अपन बिरद रखाओ। तुमरी शरण तुम्हारी आशा तुम ही सजन सुहेले। राखो राखण हार दयाला नानक घर के गोले। जी राखो राखण हार दयाला नानक घर के गोले। वाहिगुरु जी का खालसा वाहिगुरु जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਹੋਈ ਹੈ, ਆਪ ਸਾਰੇ ਮਾਈ ਭਾਈ ਨਵੀਂ ਸਵੇਰ ਦੇ ਵਿੱਚ ਜਾਗ ਕੇ ਸਭ ਤੋਂ ਮੁੱਢਲਾ ਕੰਮ ਜੋ ਸਤਿਗੁਰੂ ਦੀ ਉਸ ਨਾਮ ਦੇ ਨਾਲ ਜੁੜੇ ਹੋ, ਇਹ ਆਪ ਜੀ ਵੱਡੇ ਭਾਗ ਹਨ। ਆਪ ਰੱਬ ਰੂਪ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਤੁਹਾਡਾ ਅੰਮ੍ਰਿਤ ਵੇਲਾ ਸਦਾ ਬਣਿਆ ਰਹੇ। ਮਹਾਰਾਜ ਕਿਰਪਾ ਕਰਨ। ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ, ਜੋ ਕਿ 27 ਪੌੜੀਆਂ ਅਸੀਂ ਮਿਲ ਬੈਠ ਕੇ ਸਾਂਝ ਕੀਤੀਆਂ ਹਨ। ਅੱਜ 28ਵੀਂ ਪੌੜੀ ਜੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਜਿਹੜੀ ਬਖਸ਼ਿਸ਼ ਪਾਈ ਹੈ, ਆਪ ਸਰਵਣ ਕਰੋ। ਜਿੱਥੇ ਸਰੀਰ ਕਰਕੇ ਅਸੀਂ ਬੈਠੇ ਹਾਂ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿੱਥੇ ਮਨ ਦੀ ਵੀ ਹਾਜ਼ਰੀ ਸਾਡੀ ਜ਼ਰੂਰ ਲੱਗੇ। ਜੇ ਮਨ ਕਿੱਥੇ ਉਡਾਰੀ ਮਾਰਦਾ ਹੈ, ਕਹੋ ਮਨ ਨੂੰ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਤੋ ਗੁਰੂ ਬਾਬਾ ਜੀ ਅੱਜ ਇਸ ਪੌੜੀ ਦੇ ਅੰਦਰ ਉਸ ਜੋਗੀਆਂ ਦਾ ਜ਼ਿਕਰ ਕਰ ਰਹੇ ਹਨ, ਜਿਹੜੇ ਜੋਗੀ ਸੰਸਾਰ ਨੂੰ ਧਰਮ ਦੇ ਨਾਮ ਤੋਂ ਲੁੱਟ ਖਸੁੱਟ ਕਰ ਰਹੇ ਸਨ ਔਰ ਕੁਰਾਹੇ ਪਾ ਰਹੇ ਸਨ, ਇਸ ਤਰ੍ਹਾਂ ਕਹਿ ਲਓ। ਔਰ ਅੰਧ ਵਿਸ਼ਵਾਸ ਕਰਮ ਕਾਂਡਾਂ ਦੇ ਵਿੱਚ ਇਹ ਰੁੱਝੇ ਹੋਏ ਸਨ। ਵੈਸੇ ਜੋਗੀ ਤੋਂ ਭਾਵ ਤੇ ਹੁੰਦਾ ਹੈ ਮਿਲਾਪ। ਜੋਗ ਹੁੰਦਾ ਮਿਲਾਪ, ਤੇ ਜੋਗੀ ਹੁੰਦਾ ਜਿਹੜਾ ਮਿਲਿਆ ਹੋਵੇ ਪਰਮਾਤਮਾ ਦੇ ਨਾਲ, ਉਹਨੂੰ ਜੋਗੀ ਕਹਿੰਦੇ ਨੇ। ਤੇ ਮਹਾਰਾਜ ਕਹਿੰਦੇ ਹਨ, ਇਹਨਾਂ ਦੀ ਹਾਲਤ ਐਸੀ ਕਿ ਗੱਜ ਸਾਡੇ ਤਹਿ ਤਹਿ ਧੋਤੀਆਂ, ਤਹਿਰੇ ਪਾਇਨ ਤੱਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨੀ ਪੱਗ। ਓਏ ਹਰ ਕੇ ਸੰਤ ਨਾ ਆਖੀਏ, ਬਾਨਾਰਸ ਕੇ ਠੱਗ। ਉਹ ਹਰੀ ਦੇ ਸੰਤ ਨਹੀਂ ਨੇ, ਉਹ ਬਨਾਰਸ ਦੇ, ਜਿਸ ਤਰ੍ਹਾਂ ਬਨਾਰਸ ਵਿੱਚ ਠੱਗ ਮਸ਼ਹੂਰ ਹੁੰਦੇ ਨੇ ਨਾ, ਉਸੇ ਤਰ੍ਹਾਂ ਇਹ ਜੋਗੀ ਲੋਕ ਵੀ ਦੁਨੀਆ ਨੂੰ ਕੁਰਾਹੇ ਪਾ ਕੇ ਠੱਗਦੇ ਜਾ ਰਹੇ ਸਨ। ਕਿਉਂਕਿ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਟੀਚਾ ਸੀ ਨਾ, ਉਹ ਸੀ ਗ੍ਰਸਥ ਨੂੰ ਨਿੰਦਦੇ ਸੀ। ਉਹ ਗ੍ਰਸਥ ਨੂੰ ਉਹਨਾਂ ਨੇ ਰਿਜੈਕਟ ਕੀਤਾ ਹੋਇਆ ਸੀ, ਉਹਨੂੰ ਨਰਕ ਬਰਾਬਰ ਸਮਝਦੇ ਸਨ ਕਿ ਗ੍ਰਸਥ ਨੂੰ ਉਹ ਅੱਛਾ ਨਹੀਂ ਸਮਝਦੇ ਸਨ। ਤਾਂ ਗੁਰੂ ਮਹਾਰਾਜ ਨੇ ਜਦ ਉਹਨਾਂ ਨਾਲ ਜੋਗੀਆਂ ਨਾਲ ਵਿਚਾਰ ਵਟਾਂਦਰਾ ਹੋਇਆ, ਗੋਸ਼ਟ ਹੋਈ ਉਹਨਾਂ ਨਾਲ, ਤੇ ਉਹਨਾਂ ਦੀਆਂ ਗੱਲਾਂ ਤੋਂ ਮਹਾਰਾਜ ਨੇ ਇਹ ਸਾਫ਼ ਜ਼ਾਹਿਰ ਹੋ ਗਿਆ ਕਿ ਜੇ ਜੋਗੀ ਲੋਕ
ਤੁਸੀਂ ਸਾਰੇ ਹੀ, ਅਗਰ ਅਸੀਂ ਸਾਰੇ ਜੋਗੀ, ਸੰਸਾਰ ਜੋਗੀ ਬਣ ਜਾਈਏ, ਤੇ ਫਿਰ ਇਸ ਤਰ੍ਹਾਂ ਹੋਏਗਾ। ਕਿਸੇ ਵਿਦਵਾਨ ਨੇ ਇਹ ਵੀ ਲਿਖਿਆ ਹੈ, ਜੇ ਗੁਰੂ ਨਾਨਕ ਪਾਤਸ਼ਾਹ ਦੀ ਉਸ ਵੇਲੇ ਆਮਦ ਨਾ ਹੁੰਦੀ, ਜੇ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਨਾ ਆਉਂਦੇ, ਜਿਸ ਹਿਸਾਬ ਜੋਗੀਆਂ ਨੇ ਇਹ ਐਸਾ ਇੱਕ ਜੁਗਤ ਬਣਾ ਕੇ ਸੰਸਾਰ ਵਿੱਚ ਪ੍ਰਗਟ ਕਰ ਦਿੱਤੀ ਕਿ ਗ੍ਰਸਤ ਜੀਵਨ ਨੂੰ ਨਿੰਦਰੇ ਨੇ, ਗ੍ਰਸਤ ਨਰਕ ਹੈ ਜਿਹੜਾ ਗ੍ਰਸਤ ਵਿੱਚ ਪ੍ਰਵੇਸ਼ ਕਰੇਗਾ। ਤੇ ਉਹ ਵਿਦਵਾਨ ਲਿਖਦਾ ਹੈ ਕਿ 2-3 ਪੀੜ੍ਹੀਆਂ ਬਾਅਦ ਇੱਥੇ ਸੁੰਨ-ਮੁੰਨ ਹੋ ਜਾਣੀ ਸੀ। ਭਾਵ ਕਿ ਕੋਈ ਬੰਦਾ ਹੀ ਨਜ਼ਰ ਨਹੀਂ ਆਉਣਾ ਸੀ, ਕਾਂ ਹੀ ਬੋਲਨੇ ਸਨ। ਜੇ ਸਾਰੇ ਜੋਗੀ ਬਣ ਗਏ, ਸਾਰੇ ਗ੍ਰਸਤ ਨੂੰ ਨਿੰਦਣ ਲੱਗ ਪਏ, ਤੇ ਇਸ ਸੰਸਾਰ ਦੇ ਵਿੱਚ ਫਿਰ ਸੰਸਾਰ ਦੀ ਉਤਪਤੀ ਕਿਵੇਂ ਹੋਏਗੀ? ਤਾਂ ਗੁਰੂ ਨਾਨਕ ਪਾਤਸ਼ਾਹ ਨੇ ਗ੍ਰਸਤ ਨੂੰ ਮਹੱਤਤਾ ਦਿੱਤੀ ਹੈ, ਇੱਕ ਮਹਾਨਤਾ ਦਿੱਤੀ ਹੈ। ਕਿਉਂਕਿ ਮੈਂ ਅਕਸਰ ਜ਼ਿਕਰ ਕਰਨਾ ਕਿ ਪਰਮਾਤਮਾ ਆਪ ਗ੍ਰਸਤੀ ਹੋਇਆ ਹੈ, ਕਿਉਂਕਿ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਇਹ ਪਰਮਾਤਮਾ ਦੇ ਅਸੀਂ ਸਾਰੇ ਬੱਚੇ ਹਾਂ, ਤੇ ਜੇ ਪਰਮਾਤਮਾ ਦੇ ਬੱਚੇ ਹਾਂ ਤੇ ਇਹਦਾ ਮਤਲਬ ਪਰਮਾਤਮਾ ਵੀ ਗ੍ਰਸਤੀ ਹੈ। ਗ੍ਰਸਤਨ ਮੇ ਤੂੰ ਵੱਡੋ ਗ੍ਰਸਤੀ, ਤੂੰ ਪਰਮਾਤਮਾ ਵੀ ਵੱਡਾ ਗ੍ਰਸਤੀ ਹੈ। ਪਰ ਕਮਾਲ ਦੀ ਗੱਲ ਹੈ, ਉਹ ਗ੍ਰਸਤੀ ਤੋਂ ਨਿਰਲੇਪ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਇੱਥੇ ਇਹ ਸਮਝਾਣਾ ਕਰ ਰਹੇ ਨੇ ਕਿ ਜੋਗੀ ਲੋਕ, ਤੁਸੀਂ ਇਹਨਾਂ ਦੇ ਘਰਾਂ ਵਿੱਚ ਹੀ ਮੰਗਣ ਜਾਂਦੇ ਹੋ, ਇਹਨਾਂ ਕੋਲੋਂ ਫਿਰ ਠੂਠਾ ਲੈ ਕੇ, ਕਿਉਂਕਿ ਜੋਗੀਆਂ ਦੀ ਇੱਕ ਆਦਤ ਹੁੰਦੀ ਸੀ ਕਿ ਕੰਨ ਪੜਵਾ ਲੈਣੇ ਤੇ ਇੰਨੀਆਂ ਵੱਡੀਆਂ ਨਾ ਮੁੰਦਰਾ ਪਾ ਲੈਣੀਆਂ, ਤੇ ਹੱਥ ਵਿੱਚ ਇੱਕ ਠੂਠਾ ਫੜ ਲੈਣਾ, ਤੇ ਇੱਕ ਝੋਲਾ ਲਟਕਾ ਲੈਣਾ। ਇੱਕ ਉਹਨਾਂ ਕੋਲ ਗੋਦੜੀ ਹੁੰਦੀ ਸੀ, ਤੇ ਹੱਥ ਵਿੱਚ ਇੱਕ ਡੰਡਾ ਹੁੰਦਾ ਸੀ। ਇਹ ਉਹਨਾਂ ਨੇ ਇੱਕ ਵੇਸ ਬਣਾ ਰੱਖਿਆ ਸੀ। ਤੇ ਜਦੋਂ ਮਹਾਰਾਜ ਨੇ ਇਹਨਾਂ ਦੇ ਇਹ ਚੀਜ਼ਾਂ ਦੇਖੀਆਂ, ਤੇ ਮਹਾਰਾਜ ਨੇ ਫਿਰ ਇਹ ਸਮਝਾਉਣਾ ਕੀਤਾ ਹੈ ਕਿ ਇਹ ਜੋਗੀ ਲੋਕ, ਤੁਸੀਂ ਕਿਸ ਰਸਤੇ ਦੀ ਤਰਫ ਜਾ ਰਹੇ ਹੋ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਨਾ ਸਾਧ ਸੰਗਤ ਸਮਝਾਉਣ ਦਾ ਇੱਕ ਨਵੇਕਲਾ ਹੀ ਢੰਗ ਸੀ। ਕਿਸੇ ਨੂੰ ਗੱਲ ਕਹਿਣੀ ਨਾ, ਤੇ ਇਸ ਤਰ੍ਹਾਂ ਕਹਿੰਦੇ ਸਨ, ਕਿਸੇ ਨੂੰ ਕਈ ਵਾਰੀ ਕੋਈ ਬੰਦਾ ਗੱਲ ਕਰਦਾ ਨਾ, ਮੂੰਹ ਤੇ ਇੱਕਦਮ ਪੱਥਰ ਮਾਰ ਦਿੰਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਤਰ੍ਹਾਂ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਪੱਥਰ ਜ਼ਰੂਰ ਮਾਰਿਆ, ਪਰ ਰੂਹ ਵਿੱਚ ਲਪੇਟ ਕੇ ਮਾਰਿਆ, ਤਾਂ ਕਿ ਆਪਣਾ ਮੈਸੇਜ ਵੀ ਚਲਾ ਜਾਏ ਤੇ ਉਹਨੂੰ ਸੇਧ ਵੀ ਮਿਲ ਜਾਏ। ਕਿਸੇ ਨੂੰ ਸਮਝਾਉਣ ਦਾ ਢੰਗ ਹੁੰਦਾ ਹੈ ਸਾਧ ਸੰਗਤ। ਜੇ ਕੋਈ ਬੱਚਾ ਹੈ, ਉਹਨੂੰ ਪਿਆਰ ਨਾਲ ਸਮਝਾਇਆ ਜਾਏ, ਆਪਣੇ ਜਿੰਨਾ ਹੈ ਉਹਨੂੰ ਵੀ ਸਮਝਾਇਆ ਜਾਏ, ਆਪਣੇ ਤੋਂ ਵੱਡਾ ਹੈ ਉਹਨੂੰ ਅਲੱਗ ਹਟ ਕੇ ਸਮਝਾਇਆ ਜਾਏ, ਕਿਉਂਕਿ ਉਹਨੂੰ ਗੁਮਾਨ ਹੁੰਦਾ ਹੈ ਕਿ ਮੈਂ ਇਤਨੇ ਲੰਬੇਰੇ ਸਮੇਂ ਤੋਂ, ਤੁਸੀਂ ਹੁਣ ਆਏ ਹੋ, ਮੈਂ 50-50 ਸਾਲ ਤੋਂ ਤਪ ਕਰ ਰਿਹਾ ਵਾਂ। ਤੇ ਗੁਰੂ ਨਾਨਕ ਪਾਤਸ਼ਾਹ ਨੇ ਏਸਿਆਂ ਨੂੰ ਵੱਖਰੇ ਕਮਰੇ ਵਿੱਚ ਵੀ ਬਿਠਾ ਕੇ ਸਮਝਾਉਣ ਦਾ ਇੱਕ ਯਤਨ ਕੀਤਾ ਹੈ। ਤਾਂ ਜਿਹੜੇ ਸਮਝ ਗਏ ਤੇ ਉਹ ਕੁਰਾਹੇ ਪੈਣ ਤੋਂ ਹਟ ਗਏ, ਜਿਹੜੇ ਨਹੀਂ ਸਮਝੇ ਉਹ ਅੱਜ ਵੀ ਇਸ ਰਸਤੇ ਤੋਂ ਚੱਲ ਰਹੇ ਹਨ। ਈਵਨ ਸਿੱਖ ਧਰਮ ਵਿੱਚ ਵੀ ਕਈ ਸਿੱਖ ਲੋਕ ਚੱਲ ਰਹੇ ਹਨ। ਤਾਂ ਗੁਰੂ ਮਹਾਰਾਜ ਨੇ ਇੱਥੇ ਇਹ ਸਮਝਾਉਣਾ ਕੀਤਾ ਕਿ ਇਹ ਲੋਕਾਂ ਦਾ ਆਪਸ ਵਿੱਚ ਜਦੋਂ ਮਿਲਦੇ ਸਨ, ਜੋਗੀ ਲੋਕ, ਜਿਸ ਤਰ੍ਹਾਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਾ, ਇਹ ਕਹਿੰਦੇ ਸਨ ਆਦੇਸ਼ ਆਦੇਸ਼, ਭਾਵ ਨਮਸਕਾਰ। ਗੁਰੂ ਸਾਹਿਬ ਕਹਿੰਦੇ ਨੇ ਨਮਸਕਾਰ ਕਰਨੀ ਹੈ ਤੇ ਉਸ ਪਰਮਾਤਮਾ ਨੂੰ ਕਰੋ। ਤੁਸੀਂ ਆਦੇਸ਼ ਕਰ ਰਹੇ ਹੋ, ਉਸ ਪਰਮਾਤਮਾ ਦੇ ਕਰੋ। ਦੇਖੋ ਸਾਨੂੰ ਗੁਰੂ ਸਾਹਿਬ ਨੇ ਕਿਤਨੀ ਵੱਡੀ ਗੱਲ ਕਹੀ ਹੈ। ਆਗੇ ਆਵਤ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਰਹਿਤਨਾਮੇ 'ਚ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਉਹ ਦੇਖੋ ਇਹਦੇ ਵਿੱਚ ਕੀ ਹੈ, ਜਦੋਂ ਅਸੀਂ ਸਿੱਖ ਨੂੰ ਮਿਲਦਾ ਹੈ ਤੇ ਫਤਿਹ ਕਿਹਦੀ ਬੋਲਦਾ ਹੈ? ਖਾਲਸਾ ਕਿਹਦਾ ਬੋਲਦਾ ਹੈ? ਉਸ ਅਕਾਲ ਪੁਰਖ ਵਾਹਿਗੁਰੂ ਦਾ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਜੇ ਨਮਸਕਾਰ ਕਰਨੀ ਹੈ, ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰੋ, ਉਸ ਦੇ ਅੱਗੇ ਨਮਸਕਾਰ ਕਰੋ। ਤਾਂ ਗੁਰੂ ਸਾਹਿਬ ਨੇ ਅੱਜ ਇਹੀ ਗੱਲਾਂ ਸਮਝਾਉਣ ਦੇ ਵਿੱਚ ਇਸ ਪੌੜੀ ਦੇ ਅੰਦਰ ਥੋੜ੍ਹਾ ਜਿਹਾ ਵਿਸਥਾਰ ਵਿੱਚ ਦੱਸਿਆ ਹੈ। ਆਓ ਅਸੀਂ ਸਮਝਣ ਦਾ ਯਤਨ ਕਰੀਏ। ਕਰੋ ਮਨ ਬਿਰਤੀ ਕਾਗਰ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰਹਿ ਵਿਪੂਤ। ਮੁੰਦਾ ਸੰਤੋਖ, ਮੁੰਦਰਾ, ਮੁੰਦਾ ਮੀਨਸ ਮੁੰਦਰਾ। ਜੋਗੀ ਲੋਕ ਜਦ ਮਹਾਰਾਜ ਸੁਮੇਰ ਪਰਬਤ ਤੇ ਪਹੁੰਚੇ ਤੇ ਉਹਨਾਂ ਨੇ, ਮਹਾਰਾਜ ਨੇ ਵੇਖਿਆ ਕਿ ਕੰਨ ਇਹਨਾਂ ਨੇ ਇਤਨੇ ਇਤਨੇ ਫੜਵਾ ਕੇ ਬੜੇ ਬੜੇ ਮੋਟੀਆਂ ਮੁੰਦਰਾਂ ਪਾ ਰੱਖੀਆਂ ਨੇ। ਤੁਸੀਂ ਕਈ ਵਾਰੀ ਜੋਗੀ ਲੋਕ ਦੇਖੋ, ਉਹਨਾਂ ਨੇ ਕੰਨਾਂ ਵਿੱਚ ਨਾ ਬੜੇ ਬੜੇ ਮੋਟੇ ਜੇ ਕੰਨ ਵਿੱਚੋਂ ਪੜਵਾ ਕੇ ਤੇ ਉਹ ਮੁੰਦਰਾਂ ਪਾਈਆਂ ਹੁੰਦੀਆਂ ਨੇ। ਤੇ ਗੁਰੂ ਮਹਾਰਾਜ ਨੇ ਪੁੱਛਿਆ, ਭਾਈ ਇਹ ਤੁਸੀਂ ਕਿਉਂ ਮੁੰਦਰਾਂ ਪਾਈਆਂ ਨੇ? ਤੇ ਉਹ ਕਹਿੰਦੇ ਨੇ, ਅਸੀਂ ਦੁਨੀਆ ਨੂੰ ਛੱਡ ਦਿੱਤਾ ਹੈ, ਅਸੀਂ ਸੰਸਾਰ ਨੂੰ ਛੱਡ ਦਿੱਤਾ ਹੈ। ਮਹਾਰਾਜ ਕਹਿੰਦੇ ਨੇ, ਕਿਉਂ ਸਰੀਰ ਨੂੰ ਆਪਣੇ ਦੁੱਖ ਦੇ ਰਹੇ ਹੋ? ਤੁਹਾਨੂੰ ਦੁਨੀਆ ਛੱਡਣ ਦੀ ਲੋੜ ਨਹੀਂ ਹੈ, ਇਹ ਮੁੰਦਰਾ ਪਾਉਣ ਦੀ ਲੋੜ ਨਹੀਂ ਹੈ। ਸਰੀਰ ਨੂੰ ਇੰਨਾ ਨਾ ਕਸ਼ਟ ਦੇ ਰਹੇ ਹੋ ਤੁਸੀਂ ਜੇ ਮੁੰਦਰਾ ਪਾਣੀ ਹੈ ਨਾ ਤੇ ਸੰਤੋਖ ਦੀਆਂ ਪਾ ਲਓ। ਆਪਣੇ ਜੀਵਨ ਵਿੱਚ ਇੱਕ ਸੰਤੋਖ ਲਿਆਓ, ਸਬਰ ਲਿਆਓ। ਜਦੋਂ ਤੁਹਾਡੇ ਜੀਵਨ ਵਿੱਚ ਸਬਰ ਆ ਜਾਏਗਾ, ਸਮਝ ਲਓ ਤੁਸੀਂ ਮੁੰਦਰਾਂ ਪਾ ਲਈਆਂ ਨੇ। ਸਰੀਰ ਨੂੰ ਕਸ਼ਟ ਦੇ ਕੇ ਗੁਰੂ ਸਾਹਿਬ ਕਹਿੰਦੇ ਨੇ, ਜੇ ਜੀਵਨ ਵਿੱਚ ਪ੍ਰੈਕਟੀਕਲੀ ਅਸੀਂ, ਜੇ ਸਾਡੇ ਅੰਦਰੋਂ ਲਾਲਚ ਬਿਰਤੀ ਗਈ ਨਹੀਂ ਤੇ ਫਿਰ ਉਸ ਮੁੰਦਰਾ ਪਾਉਣ ਦਾ ਕੀ ਲਾਭ ਹੈ? ਗੁਰੂ ਸਾਹਿਬ ਉਹਨਾਂ ਨੂੰ ਸਮਝਾ ਰਹੇ ਨੇ, ਜੇ ਮੁੰਦਰਾ ਪਾਓ ਪਰ ਉਹ ਸਬਰ ਦੀਆਂ ਪਾਓ, ਸੰਤੋਖ ਦੀਆਂ ਪਾਓ। ਤੁਹਾਡੇ ਜੀਵਨ ਵਿੱਚ ਸੰਤੋਖ ਆ ਜਾਏ। ਔਰ ਸੱਚ ਜਾਣਿਓ, ਜਿਸ ਦਿਨ ਸਿੱਖਾ ਤੁਹਾਡੇ ਜੀਵਨ ਵਿੱਚ ਸੰਤੋਖ ਆ ਗਿਆ, ਉਸ ਵੇਲੇ ਗੱਲ ਬਣ ਜਾਏਗੀ। ਮਾਰੇ ਕਹਿੰਦੇ ਨਾ, ਬਿਨਾਂ ਸੰਤੋਖ ਨਹੀਂ ਕਉ ਰਾਜੈ। ਕੋਈ ਵੀ ਨਹੀਂ ਰੱਜਿਆ ਸੰਤੋਖ ਤੋਂ ਬਗੈਰ। ਹੁਣ ਅੱਗ ਦੇ ਵਿੱਚ ਕੋਈ ਬਾਲਣ ਪਾ ਕੇ ਅੱਗ ਨੂੰ ਬੁਝਾਉਣਾ ਚਾਹਵੇ, ਅੱਗ ਬੁੱਝ ਜਾਏਗੀ। ਉਹ ਤੇ ਕਹੇਗੀ ਪਾਈ ਜਾਓ, ਭਾਂਬੜ ਮੱਚੀ ਜਾਣਗੇ। ਸਾਡੀ ਹਾਲਤ ਐਵੇਂ ਹੈ। ਗੁਰੂ ਮਹਾਰਾਜ ਨੇ ਜਪਜੀ ਸਾਹਿਬ ਦੀ ਰਮਤਾ ਚਾਹੀਓ ਤੇ ਕਿਹਾ ਸੀ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਇੱਕ ਫਿਰਕਾ ਐਸਾ ਵੀ ਸੀ ਜਿਹੜਾ ਕਹਿੰਦਾ ਸੀ ਕਿ ਬਹੁਤ ਪਦਾਰਥ ਇਕੱਠੇ ਕਰ ਲਓ, ਇਤਨੇ ਕਰ ਲਓ, ਇੱਕ ਦਿਨ ਤੁਸੀਂ ਰੱਜ ਜਾਓਗੇ। ਪਰ ਮੈਂ ਅੱਜ ਸੰਸਾਰ ਵਿੱਚ ਕੀ ਆਪਣੇ ਹਿੰਦੁਸਤਾਨ ਵਿੱਚ ਵੇਖਣਾ ਵਾਂ, ਇਤਨੀ ਮਾਇਆ ਹੋ ਗਈ ਹੈ ਪਰ ਰੱਜੇ ਹਲੇ ਵੀ ਨਹੀਂ ਨੇ। ਉਹ ਕਹਿੰਦੇ ਨੇ ਭਾਵੇਂ ਅਸੀਂ ਗਰੀਬਾਂ ਦਾ ਖੂਨ ਚੂਸ ਲਈਏ ਪਰ ਅਸੀਂ ਮਾਇਆ ਇਕੱਠੀ ਕਰਨੀ ਹੈ। ਭਾਵੇਂ ਉਹ ਹਿਸਾਬ ਵੀ ਲਾਉਂਦੇ ਨੇ 20 ਪੁਸਤਾਂ ਤੱਕ ਉਹਨਾਂ ਕੋਲ ਇਤਨੀ ਮਾਇਆ ਇਕੱਠੀ ਹੈ, ਪਰ ਸਾਧ ਸੰਗਤ ਰੱਜੇ ਨਹੀਂ ਹੋਏ। ਗੁਰੂ ਸਾਹਿਬ ਪਾਉਂਦੇ ਨੇ, ਮੁੰਦਰਾਂ ਪਾਣੀਆਂ ਜੇ ਤੇ ਸੰਤੋਖ ਦੀਆਂ ਪਾਓ। ਜੋ ਪਰਮਾਤਮਾ ਨੇ ਦਿੱਤਾ ਉਹਦੇ ਵਿੱਚ ਸਬਰ ਕਰੋ ਔਰ ਉਸ ਦਾ ਸ਼ੁਕਰ ਕਰੋ। ਇਹ ਵਜੀਆਂ ਮੁੰਦਰਾਂ ਪਾਓ। ਗੁਰੂ ਸਾਹਿਬ ਕਹਿੰਦੇ ਨੇ, ਵਿਖਾਵੇ ਦੀਆਂ ਮੁੰਦਰਾਂ ਨਾ ਪਾਓ। ਮੁੰਦਾ ਸੰਤੋਖ ਸ਼ਰਮ ਪਤ ਝੋਲੀ। ਸ਼ਰਮ, ਇੱਥੇ ਸ਼ਰਮ ਉਹ ਨਹੀਂ ਹੈ ਜਿਹੜੀ ਅਸੀਂ ਸ਼ਰਮ ਬੇਸ਼ਰਮ ਵਾਲੀ ਗੱਲ, ਉਹ ਨਹੀਂ ਹੈ। ਇੱਥੇ ਸ਼ਰਮ ਦਾ ਮਤਲਬ ਹਾਰਡ ਵਰਕ, ਮਿਹਨਤ। ਹਿੰਦੀ 'ਚ ਕਹਿੰਦੇ ਨਾ ਪਰਿਸ਼ਰਮ, ਭਾਵ ਕਿ ਮਿਹਨਤ। ਉਹ ਕੀ ਕਰਦੇ ਸਨ? ਪਤ। ਉਹਨਾਂ ਕੋਲ ਨਾ ਇੱਕ ਭਾਂਡਾ ਹੁੰਦਾ ਸੀ ਜਿਹਨੂੰ ਠੂਠਾ ਵੀ ਕਹਿ ਲਓ, ਕਿਉਂਕਿ ਘਰਾਂ ਵਿੱਚ ਮੰਗਣ ਜਾਣ ਵਾਸਤੇ ਉਹਨਾਂ ਨੂੰ ਭਾਂਡਾ ਚਾਹੀਦਾ ਹੁੰਦਾ ਸੀ। ਤੇ ਝੋਲੀ, ਇੱਕ ਥੈਲਾ ਜਿਹਾ ਉਹਨਾਂ ਨੇ ਲਟਕਾਇਆ ਹੁੰਦਾ ਸੀ, ਜਿਹੜਾ ਕੋਈ ਜਗਿਆਸੂ ਉਹਦੇ ਪਾਤਰ ਵਿੱਚ ਪਾਉਂਦਾ ਸੀ, ਦਾਨ ਕਹਿ ਲਓ, ਦਕਸ਼ਨਾ ਕਹਿ ਲਓ, ਤੇ ਉਹ ਚੁੱਕ ਕੇ ਫਿਰ ਉਹ ਝੋਲੀ ਵਿੱਚ ਪਾ ਲੈਂਦੇ ਸਨ। ਗੁਰੂ ਸਾਹਿਬ ਕਹਿੰਦੇ ਨੇ, ਜੇ ਰੱਬ ਨੇ ਤੁਹਾਨੂੰ ਜਿਹੜੇ 2 ਹੱਥ ਦਿੱਤੇ ਨੇ, ਧਿਆਨ ਦੇਣਾ, ਉਹ ਹੱਥਾਂ ਨਾਲ ਚੰਗਾ ਹੁੰਦਾ ਠੂਠੇ ਦੀ ਬਜਾਏ ਉਸ ਹੱਥਾਂ ਨਾਲ ਮਿਹਨਤ ਕਰਦਾ। ਤੂੰ ਮਿਹਨਤ ਨੂੰ ਝੋਲੀ ਬਣਾ, ਮਿਹਨਤ ਨੂੰ ਪਾਤਰ ਬਣਾ। ਦੇਖੋ ਗੁਰੂ ਨਾਨਕ ਪਾਤਸ਼ਾਹ ਦਾ ਸਮਝਾਉਣ ਦਾ ਢੰਗ। ਗੁਰੂ ਸਾਹਿਬ ਨੇ ਤਾਂ ਹੀ ਸਿੱਖ ਨੂੰ ਨਾ ਹੱਥ ਝੋਲੀ ਅੱਡਣ ਵਾਸਤੇ ਨਹੀਂ ਕਿਹਾ। ਹਮੇਸ਼ਾ ਸਿੱਖ ਐਵੇਂ ਹੀ ਹੱਥ ਰੱਖੇ ਅੱਡੇ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਉਸ ਪਰਮਾਤਮਾ ਦੇ ਅੱਗੇ ਹੱਥ ਅੱਡੇ। ਕਿਉਂਕਿ ਮਹਾਰਾਜ ਕਹਿੰਦੇ ਨੇ, ਹੱਥ ਕਿਸ ਵਾਸਤੇ ਦਿੱਤੇ ਨੇ? ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਐਸੀ ਕਿਰਤ ਕਰਨ ਵਾਸਤੇ ਮਹਾਰਾਜ ਨੇ ਕਿਹਾ ਅਣਖ ਦੇ ਨਾਲ ਜੀਵੇ, ਗਹਿਰਤ ਦੀ ਜ਼ਿੰਦਗੀ ਵਿੱਚ ਜੀਵੇ।
ਕਿਸੇ ਕੋਲ ਠੂਠਾ ਮੰਗ ਕੇ ਸਿੱਖ ਮੰਗਦਿਆਂ ਅੱਛਾ ਨਹੀਂ ਲੱਗਦਾ। ਤਾਂ ਹੀ ਅੱਜ ਸੰਸਾਰ ਵਿੱਚ ਗੁਰੂ ਨਾਨਕ ਦੀ ਉਹ ਫਿਲਾਸਫੀ, ਵਿਰਲਾ ਹੀ ਕੋਈ ਮਿਲੇਗਾ ਸੰਸਾਰ ਦੇ ਵਿੱਚ ਜਿਹੜਾ ਕੋਈ ਸਿੱਖ ਭਿਖਾਰੀ ਹੋਏਗਾ। ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਭਿਖਾਰੀ ਨਹੀਂ ਬਣਾਇਆ, ਉਹਨੇ ਗੁਰੂ ਨਾਨਕ ਪਾਤਸ਼ਾਹ ਨੇ ਰਾਜਾ ਬਣਾਇਆ ਹੈ। ਉਹ ਕਹਿੰਦੇ ਨੇ ਇਸ ਧਰਤੀ ਮੇਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਇਹ ਸਾਰੀਆਂ ਜੂਨਾਂ ਨੇ ਤੇਰੀ ਪਨਹਾਰੀ, ਤੇਰਾ ਪਾਣੀ ਭਰ ਰਹੀਆਂ ਨੇ, ਤੂੰ ਇਸ ਧਰਤੀ ਦਾ ਸਿਕਦਾਰ ਏ, ਸਰਦਾਰ ਏ ਇਸ ਧਰਤੀ ਦਾ। ਔਰ ਤੇਰੇ ਹੱਥ 'ਚ ਠੂਠਾ ਲੈ ਕੇ ਲੋਕਾਂ ਦੇ ਘਰਾਂ ਵਿੱਚ ਮੰਗਣਾ ਇਹ ਵਾਜਿਬ ਨਹੀਂ ਹੈ। ਜੇ ਤੂੰ ਹੱਥੀਂ ਮਿਹਨਤ ਕਰਕੇ ਜਿੱਥੇ ਆਪਣੇ ਪਰਿਵਾਰ ਨੂੰ ਪਾਲਣਾ ਹੈ, ਉੱਥੇ ਇੱਕ ਦੋ ਪਰਿਵਾਰ ਦੇ, ਸੰਸਾਰ ਦੇ ਵੀ ਪਾਲਣ ਦਾ ਆਪਣੇ ਸਿਰ ਜ਼ਿੰਮਾ ਲੈ। ਇਹਨੂੰ ਕਹਿੰਦੇ ਨੇ ਸਿੱਖ ਦੀ ਡੈਫੀਨੇਸ਼ਨ। ਤਾਂ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ ਸ਼ਰਮ ਪੱਤ ਝੋਲੀ, ਜਿਹੜਾ ਤੇਰਾ ਪਾਤਰ ਹੈ ਨਾ, ਜਿਹੜਾ ਝੋਲੀ ਹੈ, ਉਹਨੂੰ ਮਿਹਨਤ ਬਣਾ। ਖੱਪਣ ਮਾਰੇ ਕਹਿੰਦੇ ਉਸ ਨੂੰ ਤੂੰ ਐਸੀ ਮਿਹਨਤ ਕਰਕੇ, ਤਾਂ ਕਿ ਤੈਨੂੰ ਇਹ ਹੱਥ ਜਿਹੜੇ ਰੱਬ ਨੇ ਕਿਉਂ ਦਿੱਤੇ ਨੇ, ਹੱਥ ਜਿਨ੍ਹਾਂ ਦੇ ਨਹੀਂ ਨੇ, ਇਹ ਤੇ ਸਮਝ ਆਉਂਦੀ ਹੈ ਕਿ ਉਹ ਕਾਰ ਨਹੀਂ ਕਰ ਸਕਦੇ, ਪਰ ਰੱਬ ਨੇ ਸਾਨੂੰ ਜਿਹੜੇ ਹੱਥ ਦਿੱਤੇ ਨੇ ਨਾ, ਹਾਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਅਸੀਂ ਜਿਹੜਾ ਚਿੱਤ ਹੈ ਉਹ ਪਰਮਾਤਮਾ ਨਾਲ ਰੱਖਣਾ ਹੈ। ਕੰਮ ਕਰੋ, ਮਹਾਰਾਜ ਨੇ ਕੰਮ ਕਰਨ ਨੂੰ ਮਨਾ ਨਹੀਂ ਕੀਤਾ, ਪਰ ਕੰਮ ਕਰਦਿਆਂ ਮਹਾਰਾਜ ਨੇ ਕੋਈ ਘਰ-ਬਾਰ ਛੱਡਣ ਦੀ ਲੋੜ ਨਹੀਂ ਹੈ। ਬੜਾ ਸੌਖਾ ਰਸਤਾ ਦੱਸਿਆ, ਨਾਨਕ ਸਤਿਗੁਰੂ ਭੇਟੀ ਹੈ, ਪੂਰੀ ਹੋਵੇ ਜੁਗਤ, ਹਸੰਦਿਆਂ ਖਹਿਨੰਦਿਆਂ ਪੈ ਨੰਦਿਆਂ ਖਾਵੰਦਿਆਂ, ਵਿੱਚ ਹੋਵੇ ਮੁਕਤ। ਸਾਨੂੰ ਹੱਸਣ ਦੀ ਮਨਾ ਨਹੀਂ ਕੀਤੀ, ਖਾਣ ਦੀ ਮਨਾ ਨਹੀਂ ਕੀਤੀ, ਚੰਗੇ ਵਸਤਰ ਪਾਉਣ ਨੂੰ ਮਨਾ ਨਹੀਂ ਕੀਤਾ, ਸੌਣ ਵਾਸਤੇ ਮਨਾ ਨਹੀਂ ਕੀਤਾ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਵਿੱਚ ਰਹਿੰਦੇ ਹੋਏ ਉਸ ਪਰਮਾਤਮਾ ਨੂੰ ਯਾਦ ਕਰ, ਇਸ ਤੋਂ ਵੱਡੀ ਤੇਰੇ ਵਾਸਤੇ ਕੋਈ ਗੱਲ ਹੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਸ਼ਰਮ ਪੱਤ ਝੋਲੀ, ਧਿਆਨ ਕੀ ਕਰੇ ਵਿਪੂਤ। ਵਿਪੂਤ ਹੁੰਦੀ ਹੈ ਸਵਾਹ, ਜੋਗੀ ਲੋਕ ਨਾ ਸਵਾਹ ਮੱਲੀ ਹੁੰਦੀ ਸੀ। ਤੇ ਮਹਾਰਾਜ ਨੇ ਪੁੱਛਿਆ ਤੁਸੀਂ ਸਵਾਹ ਕਿਉਂ ਮੱਲੀ ਹੋਈ ਹੈ, ਛਾਰ ਕਿਉਂ ਮੱਲੀ ਹੋਈ ਹੈ ਆਪਣੇ ਪਿੰਡੇ? ਤੇ ਉਹ ਕਹਿੰਦੇ ਸਨ ਇੱਕ ਦਿਨ ਅਸੀਂ ਸਵਾਹ ਹੀ ਹੋ ਜਾਣਾ ਨਾ, ਤੇ ਸਵਾਹ ਨੂੰ ਵੇਖ ਕੇ ਸਾਨੂੰ ਯਾਦ ਰਹੇਗਾ ਕਿ ਅਸੀਂ ਇੱਕ ਦਿਨ ਇਹ ਮਿੱਟੀ ਆ ਤੇ ਮਿੱਟੀ 'ਚ ਹੀ ਹੋ ਜਾਣਾ ਹੈ। ਤੇ ਮਹਾਰਾਜ ਕਹਿੰਦੇ ਨੇ ਸਵਾਹ ਮੱਲਣ ਦੀ ਲੋੜ ਨਹੀਂ, ਪਰਮਾਤਮਾ ਨੇ ਬੜਾ ਖੂਬਸੂਰਤ ਸਾਨੂੰ ਸਰੀਰ ਦਿੱਤਾ ਹੈ, ਇਹਨੂੰ ਸਵਾਰੋ। ਇਹਨੂੰ ਜੇ ਸਵਾਹ ਮਲਣੀ ਹੁੰਦੀ ਤੇ ਮਹਾਰਾਜ ਮੂੰਹ ਦੇ ਉੱਤੇ ਸਵਾਹ ਮਲ ਕੇ ਹੀ ਸਾਨੂੰ ਭੇਜਦੇ, ਪਰ ਮਹਾਰਾਜ ਕਹਿੰਦੇ ਨੇ ਸਵਾਹ ਨਾ ਮੱਲੋ ਭਾਈ, ਧਿਆਨ ਦੇ ਵਿੱਚ ਰੱਖੋ ਕਿ ਇੱਕ ਦਿਨ ਅਸੀਂ ਸਵਾਹ ਹੋ ਜਾਣਾ ਹੈ। ਦੇਖੋ ਕਿੰਨੀ ਵੱਡੀ ਗੱਲ ਹੈ, ਸਵਾਹ ਮਲ ਕੇ ਯਾਦ ਰੱਖਣਾ ਨਹੀਂ, ਆਪਣੇ ਧਿਆਨ ਵਿੱਚ ਹੀ ਸਵਾਹ ਰੱਖ ਲਓ। ਹੁਣ ਤੁਸੀਂ ਬੱਚੇ ਨੂੰ ਪਿਆਰ ਕਰਦੇ ਹੋ, ਤੁਹਾਨੂੰ ਕਹਿਣਾ ਪੈਂਦਾ ਕਿ ਤੁਹਾਨੂੰ ਹੁਣੇ ਪੁੱਛਾਂ ਮੈਂ ਤੁਹਾਡੇ ਬੱਚੇ ਦਾ ਕੀ ਨਾਮ ਹੈ, ਤੁਹਾਡੇ ਭਰਾ ਦਾ ਕੀ ਨਾਮ ਹੈ, ਤੁਸੀਂ ਇੱਕਦਮ ਦੱਸ ਦੋਗੇ? ਕਿਉਂ? ਕਿਉਂਕਿ ਉਹ ਚੀਜ਼ ਤੁਹਾਡੇ ਧਿਆਨ ਦੇ ਵਿੱਚ ਹੈ। ਤੇ ਜੇ ਸਾਨੂੰ ਮੌਤ ਵੀ ਇਸ ਧਿਆਨ ਦੇ ਵਿੱਚ ਹੋਏਗੀ, ਸਾਨੂੰ ਵਿਭੂਤੀ ਲਾਉਣ ਦੀ ਲੋੜ ਹੀ ਨਹੀਂ। ਮੈਂ ਵਿਭੂਤੀ ਨੂੰ ਵੇਖ ਕੇ ਕਹਾਂਗਾ ਮੌਤ ਆਣੀ ਹੈ, ਇਸ ਤੋਂ ਵੱਡਾ ਮੇਰੇ ਧਿਆਨ ਵਿੱਚ ਹੀ ਹੋਵੇ ਕਿ ਅੱਜ ਦਾ ਦਿਨ ਚੜਿਆ, ਮੇਰੇ ਵਾਸਤੇ ਪਤਾ ਨਹੀਂ ਅਗਲਾ ਪਲ ਚੜਨਾ ਵੀ ਹੈ ਕਿ ਨਹੀਂ। ਜੇ ਇਸ ਤਰ੍ਹਾਂ ਧਿਆਨ ਵਿੱਚ ਰੱਖਾਂਗੇ ਤੇ ਇਹ ਲਗਾਉਣ ਵਾਲੀ ਹੈ ਵਿਭੂਤੀ, ਸਮਝ ਲਓ ਅਸੀਂ ਛਾਰ ਲਗਾਈਏ। ਤਾਂ ਗੁਰੂ ਮਹਾਰਾਜ ਇੱਥੇ ਇਸ ਤਰ੍ਹਾਂ ਦਾ ਗੱਲ ਕਹਿ ਰਹੇ ਨੇ, ਧਿਆਨ ਕੀ ਕਰਹਿ ਵਿਪੂਤ ਖਿੰਤਾ ਕਾਲ। ਇੱਕ ਖਿੰਤਾ, ਇੱਕ ਖੱਪਣੀ ਇਹਨਾਂ ਨੇ ਜਿਸ ਤਰ੍ਹਾਂ ਅਸੀਂ ਰਜਾਈ ਤਲਾਈ ਵਧੀਆ ਲੈਂਦੇ ਹਾਂ ਨਾ, ਘਰਾਂ ਚਾਦਰਾਂ ਲੈਂਦੇ ਹਾਂ, ਤੇ ਮਹਾਰਾਜ ਨੇ ਵੇਖਿਆ ਇਹਨਾਂ ਨੇ ਜਿਹੜੀ ਖੱਪਣੀ ਲਈ ਹੋਈ ਹੈ ਨਾ, ਖਿੰਤਾ, ਇਹ ਛੋਟੀ ਕੱਪੜੇ ਲੈ ਕੇ ਨਾ ਭੈੜੇ ਮੈਲੇ ਉਹਨਾਂ ਨੂੰ ਸੀ ਕੇ ਤੇ ਇੱਕ ਕਹਿੰਦੇ ਨੇ ਖਿੰਤਾ ਸੀਤਾ ਹੋਇਆ ਹੈ। ਤੇ ਮਹਾਰਾਜ ਨੇ ਕਿਹਾ ਤੁਸੀਂ ਇਸ ਤਰ੍ਹਾਂ ਦੀ ਗੱਲ ਕਿਉਂ ਕੀਤੀ ਹੈ? ਕਹਿੰਦੇ ਨੇ ਇਹ ਜਿਹੜੇ ਕੱਪੜੇ ਨੇ ਨਾ, ਇਹ ਰਜਾਈਆਂ ਜਾਂ ਖੱਪਣੀ, ਇਹ ਇੱਕ ਦਿਨ ਤੇ ਨਾਲ ਥੋੜ੍ਹਾ ਜਾਣਾ ਹੈ, ਇਹ ਚੀਜ਼ਾਂ ਤੇ ਇੱਥੇ ਮੁੱਕ ਜਾਣੀਆਂ ਨੇ, ਵਧੀਆ ਪਾ ਕੇ ਕੀ ਹੋ ਜਾਏਗਾ? ਮਹਾਰਾਜ ਨੇ ਕਿਹਾ ਨਹੀਂ, ਜੇ ਖਿੰਤਾ ਲੈਣਾ ਨਾ ਤੁਸੀਂ, ਉਹ ਮੌਤ ਦਾ ਲਓ। ਮੌਤ ਨੂੰ ਯਾਦ ਰੱਖੋ ਬਸ, ਕਿ ਮੇਰੀ ਮੌਤ ਹੋਣੀ ਹੈ, ਮੈਂ ਸੰਸਾਰ ਵਿੱਚ ਆਇਆ ਹਾਂ, ਅੱਜ ਕਾਲ ਉੱਠ ਜਾਏਗਾ, ਮੈਂ ਅੱਜ ਨਹੀਂ ਤੇ ਕੱਲ ਚਲੇ ਹੀ ਜਾਣਾ ਹੈ।
ਮੇਰੇ ਵੱਡੇ ਵਡੇਰੇ ਚਲੇ ਗਏ ਨੇ, ਮੈਂ ਵੀ ਚਲੇ ਜਾਣਾ। ਰਾਮ ਸਿਮਰ ਪਛਤਾਏਗਾ ਮਨ, ਪਾਪੀ ਜਿਹੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਪਾਤਸ਼ਾਹ ਕਹਿੰਦੇ ਜੇ ਖਿੰਤਾ ਲੈਣਾ ਹੀ ਨਾ ਤੇ ਉਸ ਕਾਲ ਰੂਪੀ ਨੂੰ ਧਿਆਨ ਰੱਖ, ਕਾਲ ਨੂੰ ਯਾਦ ਰੱਖ। ਖਿੰਤਾ ਕਾਲ ਕੁਆਰੀ ਕਾਇਆ ਜੁਗਤ, ਇਹਨੂੰ ਐਵੇਂ ਪੜ੍ਹਨਾ ਹੈ। ਬਹੁਤ ਲੋਕ, ਬਹੁਤ ਸੰਗਤ ਇਸ ਤਰ੍ਹਾਂ ਪੜ੍ਹਦੀ ਹੈ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਨਹੀਂ, ਇਹਦਾ ਐਵੇਂ ਭਾਵ ਹੈ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਹ ਕਨਸੈਪਟ ਨੇ ਵੱਖਰੇ ਵੱਖਰੇ। ਖਿੰਤਾ ਕਾਲ ਮਤਲਬ ਕਿ ਜਿਹੜੀ ਗੋਦੜੀ ਹੈ, ਜਿਹੜੀ ਉਹਨਾਂ ਨੇ ਖਿੰਤਾ ਲੈਂਦੇ ਨੇ, ਮਹਾਰਾਜ ਕਹਿੰਦੇ ਨੇ ਉਹ ਯਾਦ, ਮੌਤ ਨੂੰ ਯਾਦ ਰੱਖ। ਅੱਗੋਂ ਆਉਂਦਾ ਕੁਆਰੀ ਕਾਇਆ ਜੁਗਤ, ਉਹ ਇੱਕ ਮੈਥਡ ਅਪਣਾਉਂਦੇ ਸਨ ਇਸ ਤਰ੍ਹਾਂ ਦਾ। ਮਹਾਰਾਜ ਕਹਿੰਦੇ ਨੇ ਇਹ ਵਾਲਾ ਜਿਹੜਾ ਮੈਥਡ ਹੈ ਨਾ, ਤਰੀਕਾ ਜੁਗਤ, ਆਪਣੀ ਕਾਇਆ ਨੂੰ ਪਵਿੱਤਰ ਰੱਖੋ। ਕੁਆਰੀ, ਕੁਆਰੀ ਸਮਝਦੇ ਆ ਨਾ, ਕੋਈ ਬੱਚੇ, ਧੀ ਭੈਣ, ਬੱਚਾ ਜੇ ਕਦੀ ਕਿੱਥੇ ਜੇ ਵਿਆਹਿਆ ਨਹੀਂ ਹੈ ਤੇ ਉਹਨੂੰ ਅਸੀਂ ਕੁਆਰੀ ਕਹਿੰਦੇ ਹਾਂ, ਭਾਵ ਕਿ ਉਹ ਪਵਿੱਤਰ ਹੈ। ਜਦੋਂ ਵਿਆਹਿਆ ਜਾਂਦਾ ਹੈ ਫਿਰ ਉਹ ਕੁਆਰਾ ਨਹੀਂ ਰਹਿੰਦਾ। ਪਰ ਮਹਾਰਾਜ ਕਹਿੰਦੇ ਨੇ ਜਿਸ ਤਰ੍ਹਾਂ ਕੁਆਰੇ ਬੱਚੇ ਹੁੰਦੇ ਨੇ ਨਾ, ਆਪਣੀ ਕਾਇਆ ਨੂੰ ਉਸ ਤਰ੍ਹਾਂ ਪਵਿੱਤਰ ਰੱਖ। ਇਹੀ ਜੁਗਤੀ ਹੈ ਤੇਰੇ ਵਾਸਤੇ। ਤੂੰ ਕਿਹੜੀਆਂ ਜੁਗਤੀਆਂ ਦੇ ਵਿੱਚ ਲੱਗਾ ਹੈ? ਡੰਡਾ ਪ੍ਰਤੀਤ, ਉਹਨਾਂ ਦੇ ਹੱਥ 'ਚ ਡੰਡਾ ਹੁੰਦਾ ਸੀ। ਮਹਾਰਾਜ ਕਹਿੰਦੇ ਕਿ ਉਹ ਡੰਡਾ ਕਿਉਂ ਰੱਖਿਆ? ਕਹਿੰਦੇ ਰਸਤੇ 'ਚ ਕੁੱਤੇ ਬਿੱਲੇ ਬੜੇ ਪੈ ਜਾਂਦੇ ਨੇ, ਹਟਾਉਣ ਵਾਸਤੇ ਡੰਡਾ ਵੀ ਰੱਖਿਆ, ਜੋਗੀ ਰੱਖਦੇ ਨੇ। ਮਹਾਰਾਜ ਕਹਿੰਦੇ ਨੇ ਡੰਡਾ ਰੱਖਣਾ ਹੀ ਨਾ ਤੇ ਉਹਦੇ ਉੱਤੇ ਭਰੋਸੇ ਦਾ ਡੰਡਾ ਰੱਖ। ਤੂੰ ਹਲੇ ਛੋਟੇ ਛੋਟੇ ਜਾਨਵਰਾਂ ਕੋਲੋਂ ਡਰ ਰਿਹਾ, ਭਰੋਸਾ ਨਹੀਂ ਤੈਨੂੰ ਪਰਮਾਤਮਾ ਦੇ ਉੱਤੇ। ਉਹਦੇ ਉੱਤੇ ਪ੍ਰੀਤ ਪ੍ਰਤੀਤ ਰੱਖ, ਉਹਦੇ ਉੱਤੇ ਵਿਸ਼ਵਾਸ ਰੱਖ, ਕੌਨਫੀਡੈਂਸ ਰੱਖ। ਉਹ ਪ੍ਰਤੀਤ ਡੰਡਾ ਆਪਣਾ ਉਹ ਵਾਲਾ ਰੱਖ। ਡੰਡਾ ਪ੍ਰਤੀਤ, ਇਹ ਸਾਰੇ ਕਨਸੈਪਟ ਨੇ ਜਿਹੜੇ ਜੋਗੀਆਂ ਦਾ ਰੂਪ ਬਣਿਆ ਨਾ ਉਹਨਾਂ ਦੇ ਕੋਲ। ਮਹਾਰਾਜ ਇੱਕ ਇੱਕ ਚੀਜ਼ ਨੂੰ ਪ੍ਰੈਕਟੀਕਲੀ ਦੱਸ ਕੇ ਕਹਿ ਰਹੇ ਨੇ। ਸਰੀਰ ਨੂੰ ਵਿਗਾੜਨ ਦੀ ਲੋੜ ਨਹੀਂ ਹੈ। ਕੋਈ ਐਕਸਟਰਾ ਆਰਡੀਨਰੀ ਨਾ ਬਣ ਕੇ ਜਾਈਏ ਕਿ ਮੈਨੂੰ ਕੋਈ ਕਹਿਣੇ ਜੋਗੀ ਹੈ। ਜੋਗੀ ਤੇ ਕੋਈ ਕੋਟ ਪੈਂਟ ਵਿੱਚ ਵੀ ਹੋ ਸਕਦਾ ਹੈ, ਤੇ ਜੋਗੀ ਕਿਸੇ ਰੂਪ ਵਿੱਚ ਹੀ ਹੋ ਸਕਦਾ ਹੈ। ਜੋਗੀ ਪਹਿਨਾਵੇ ਦਾ ਨਾਮ ਨਹੀਂ ਹੈ, ਕੋਈ ਪਹਿਰਾਵਾ ਪਾ ਕੇ ਮੈਂ ਹੁਣ ਕੁੜਤਾ ਪਜਾਮਾ ਪਾ ਲਾਂ, ਦਮਾਲਾ ਬੰਨ ਲਾਂ, ਮੈਂ ਜੋਗੀ ਬਣ ਗਿਆ। ਨਹੀਂ, ਜੋਗੀ ਹੈ ਅੰਦਰ ਦਾ ਮਿਲਾਪ ਹੋਇਆ ਹੋਵੇ। ਤਾਂ ਗੁਰੂ ਮਹਾਰਾਜ ਕਹਿੰਦੇ ਨੇ, ਫਿਰ ਕੀ ਕਹਿੰਦੇ ਨੇ? ਆਈ ਪੰਥੀ ਸਗਲ ਜਮਾਤੀ। ਆਈ ਪੰਥੀ ਸਗਲ ਜਮਾਤੀ, ਇਹ ਇਹਨਾਂ ਦੇ ਵਿੱਚ ਨਾ ਜੋਗੀਆਂ ਵਿੱਚ 12 ਪੰਥੀ ਹੁੰਦੇ ਸਨ, 12 ਪੰਥ। ਤੇ ਵੱਖ-ਵੱਖ, ਜਿਸ ਤਰ੍ਹਾਂ ਇਹਨਾਂ ਦੇ ਪੰਥ ਵਿੱਚੋਂ ਆਈ ਪੰਥ ਸਭ ਤੋਂ ਪ੍ਰਮੁੱਖ ਹੁੰਦਾ ਸੀ, ਮੇਨ ਹੁੰਦਾ ਸੀ। ਵੱਖ-ਵੱਖ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਫਲਾਣਾ ਜੱਥਾ ਹੈ, ਫਲਾਣਾ ਜੱਥਾ ਹੈ। ਵੈਸੇ ਸਾਡੇ ਵਿੱਚ ਵੀ ਇਹ ਚੀਜ਼ਾਂ ਐਂਟਰ ਕੀਤੀਆਂ ਹੋਈਆਂ ਨੇ। ਮੈਨੂੰ ਬੜਾ ਫੀਲ ਹੁੰਦਾ ਹੈ, ਕਿਸੇ ਕੋਲੋਂ ਪੁੱਛੋ ਤੁਸੀਂ ਅੰਮ੍ਰਿਤ ਛਕਿਆ ਹੈ ਜੀ? ਮੈਨੂੰ ਕਈ ਪੁੱਛਦੇ ਨੇ ਤੁਸੀਂ ਕਿਹਦੇ ਕੋਲ ਅੰਮ੍ਰਿਤ ਛਕਿਆ ਹੈ, ਕਿਹੜਾ ਅੰਮ੍ਰਿਤ ਛਕਿਆ ਹੈ? ਮੈਨੂੰ ਬੜਾ ਫੀਲ ਹੁੰਦਾ ਹੈ। ਮੈਂ ਕਿਹਾ ਮੈਂ ਕਿਸੇ ਸੰਸਥਾ ਤੋਂ ਨਹੀਂ ਛਕਿਆ, ਮੈਂ ਅਕਾਲ ਤਖਤ ਦੀ ਮਰਿਆਦਾ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਛਕਿਆ ਹੈ ਜੀ। ਮੈਂ ਫਲਾਣੇ ਰਣਧੀਰ ਸਿੰਘ ਜੀ ਤੋਂ ਛਕਿਆ ਹੈ ਜੀ, ਮੈਂ ਮਿਸ਼ਨਰੀ ਤੋਂ ਛਕਿਆ ਹੈ ਜੀ, ਮੈਂ ਟਕਸਾਲੀ ਤੋਂ ਛਕਿਆ ਹੈ ਜੀ, ਮੈਂ ਸੰਤ ਸਮਾਜ ਤੋਂ ਛਕਿਆ ਹੈ। ਮੇਰੀ ਗੱਲ ਸੁਣੋ, ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਸੰਗਤ ਬਣਾਈ ਕਿਸੇ ਕਿ ਸੰਤ ਸੰਗਤ ਬਣਾਈ ਸੀ, ਸਿੱਖ ਸੰਗਤ ਬਣਾਈ ਸੀ। ਇਹ ਸੰਤ ਸਮਾਜ ਕਿੱਥੋਂ ਆ ਗਿਆ? ਤੁਸੀਂ ਇਤਿਹਾਸ ਪੜ੍ਹੋ, 1905 ਤੋਂ ਪਹਿਲਾਂ ਕੋਈ ਸੰਤ ਨਹੀਂ ਸੀ। ਦਾਸ ਵੀ ਪੜ੍ਹਦਾ ਇਤਿਹਾਸ, ਤੁਸੀਂ ਵੀ ਪੜ੍ਹ ਕੇ ਵੇਖਣਾ ਨਾ, ਕਿਸੇ ਸੰਤ ਦਾ ਨਾਮ ਹੋਵੇ। ਇਹ ਬੜਾ ਵੱਡਾ ਵਿਸ਼ਾ ਹੈ। ਅੰਗਰੇਜ਼ ਜਦੋਂ ਸਾਰੇ ਹਿੰਦੁਸਤਾਨ ਤੇ ਰਾਜ ਕਰ ਰਹੇ ਸਨ ਤੇ ਪੰਜਾਬ ਵਿੱਚ ਉਹਨਾਂ ਦਾ ਰਾਜ ਨਹੀਂ ਹੁੰਦਾ ਸੀ। ਤੇ ਅੰਗਰੇਜ਼ ਜਿਹੜੇ ਬੜੇ ਸ਼ਾਤਰ ਦਿਮਾਗ ਦੇ ਨੇ, ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਡਾ ਰਾਜ ਕਿਉਂ ਨਹੀਂ? ਉਹਨਾਂ ਨੇ ਕਿਹਾ ਜੀ ਇੱਥੇ ਸਿੱਖ ਧਰਮ ਦਾ ਰਾਜ ਹੈ। ਮਹਾਰਾਜਾ ਰਣਜੀਤ ਸਿੰਘ ਵਰਗੇ, ਉਹਨਾਂ ਨੇ ਕਿਹਾ ਇਹ ਕੀ ਇਹਨਾਂ ਵਿੱਚ ਸ਼ਕਤੀ ਹੈ? ਕਹਿੰਦੇ ਨੇ ਇਹ ਸ਼ਬਦ ਗੁਰੂ ਦੇ ਪੁਜਾਰੀ ਨੇ, ਇਹ ਬਾਣੀ ਦੀ ਓਟ ਆਸਰਾ ਲੈਂਦੇ ਨੇ
ਤੇ ਉਹਨਾਂ ਨੇ ਕਿਹਾ, ਫਿਰ ਉਹਨਾਂ ਨੇ ਸੋਚਿਆ ਇਹਨਾਂ ਨੂੰ ਦੋ ਪਾੜ ਕਿਵੇਂ ਕੀਤਾ ਜਾਏ। ਉਹਨਾਂ ਨੇ ਕੀ ਕੀਤਾ, ਇੱਕ ਦਿਮਾਗ ਲਗਾਇਆ, ਉਹਨਾਂ ਨੇ ਇਹ ਸੰਤ ਸਮਾਜ ਤਿਆਰ ਕਰਵਾ ਦਿੱਤਾ, ਡੇਰੇ ਬਣਵਾ ਦਿੱਤੇ ਤਰ੍ਹਾਂ ਤਰ੍ਹਾਂ ਦੇ, ਤਾਂ ਕਿ ਆਪਸ ਵਿੱਚ ਇੱਕ ਜਦੋਂ ਸਿਧਾਂਤਾਂ ਵਿੱਚ ਫਰਕ ਆ ਜਾਏ। ਵੈਸੇ ਤੇ ਸਾਡੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਬਾਣੀ ਇੱਕੇ, ਸਾਡਾ ਗੁਰੂ ਇੱਕੇ, ਵਿਚਾਰ ਇੱਕੇ, ਤੇ ਵਲੇਵੇਂ ਕਾਹਦੇ ਪੈ ਗਏ। ਇਹਨਾਂ ਨੇ ਫਿਰ ਸੰਤ ਸਮਾਜ ਨੂੰ ਐਸਾ ਦੇ ਦਿੱਤਾ। ਉਹਨਾਂ ਡੇਰਾਵਾਦੀਆਂ ਦੇ ਵਿੱਚ ਸਾਰੇ ਨਹੀਂ ਮੈਂ ਕਹਿ ਰਿਹਾ, ਆਪਣੀਆਂ ਆਪਣੀਆਂ ਮਰਿਆਦਾ ਚੱਲ ਦਿੱਤੀਆਂ, ਜਿਹਦੇ ਨਾਲ ਪਾੜ ਹੋ ਗਿਆ ਜੀ। ਮੈਂ ਸੰਤ ਸਮਾਜ ਹੈ ਜੀ, ਇਹ ਫਲਾਣਾ ਸਮਾਜ ਹੈ ਜੀ। ਨਹੀਂ, ਗੁਰੂ ਨਾਨਕ ਨੇ ਤੇ ਸਿੱਖ ਸਮਾਜ ਬਣਾਇਆ ਸੀ, ਸਿੱਖ ਸੰਗਤ ਬਣਾਈ ਸੀ, ਸੰਤ ਸੰਗਤ ਨਹੀਂ ਬਣਾਈ ਸੀ। ਜਿਹੜਾ ਸਿੱਖ ਰਿਹਾ ਕੋਈ ਮਰਿਆਦਾ ਹਟ ਕੇ ਨਹੀਂ ਹੈ। ਤੇ ਜੋਗੀਆਂ ਵਿੱਚ ਵੀ ਇਸ ਤਰ੍ਹਾਂ ਦੇ ਪੰਥ ਹੁੰਦੇ ਸਨ, 12 ਪੰਥ ਹੁੰਦੇ ਸਨ, ਜਿਹਦੇ ਵਿੱਚ ਆਈ ਪੰਥ ਸਭ ਤੋਂ ਜ਼ਿਆਦਾ ਸ੍ਰੇਸ਼ਟ ਹੁੰਦਾ ਸੀ। ਤੇ ਜੋਗੀਆਂ ਨੇ ਸੋਚਿਆ ਕਿ ਇਹ ਬਾਲਕ ਜਿਹੜਾ ਆਇਆ, ਗੁਰੂ ਨਾਨਕ ਪਾਤਸ਼ਾਹ ਉਸ ਨੂੰ ਛੋਟੀ ਅਰਬਲਾ ਸੀ, ਉਹਨਾਂ ਨੇ ਬਾਲਕ ਸਮਝਿਆ ਸੀ, ਤੇ ਇਹ ਕਿਉਂ ਨਾ ਸਾਡੇ ਪੰਥ ਵਿੱਚ ਆ ਜਾਵੇ, ਤੇ ਸਾਡੇ ਪੰਥ ਦਾ ਵੀ ਨਾਮ ਰੋਸ਼ਨ ਹੋ ਜਾਏਗਾ। ਕਿਉਂਕਿ ਕੋਈ ਵਿਦਵਾਨ ਕੋਈ ਸੰਸਥਾ ਵਿੱਚ ਆ ਜਾਂਦਾ ਹੈ ਤੇ ਸੁਭਾਵਕ ਹੈ ਉਸ ਸੰਸਥਾ ਦਾ ਨਾਮ ਉੱਚਾ ਹੋ ਜਾਂਦਾ ਹੈ, ਕਿਉਂਕਿ ਉਹਦੇ 'ਚ ਵਿਦਵਾਨ ਨੇ। ਹੁਣ ਸਾਡੇ ਕੋਲ ਮਸਕੀਨ ਸਾਹਿਬ ਵਰਗੇ, ਪਿੰਦਰਪਾਲ ਸਿੰਘ ਜੀ ਵਰਗੇ ਇਤਨੇ ਵਿਦਵਾਨ ਨੇ। ਇਸ ਮੈਂ ਕਹਾਂ ਪੰਥ ਦੀ ਸ਼ਾਨ ਨੇ, ਜੋ ਇਹ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਆ ਰਹੇ ਨੇ। ਤੇ ਉਹ ਚਾਹੁੰਦੇ ਸਨ ਕਿ ਗੁਰੂ ਨਾਨਕ ਇਹ ਬਾਲਾ ਸਾਡੇ ਹਮਰਾ ਪੰਥ ਕਰੇ ਉਜਿਆਲਾ। ਸਿੱਧ ਗੋਸ਼ਟੀ ਮਹਾਰਾਜ ਕਹਿੰਦੇ ਨੇ ਇਹ ਸਾਡੇ ਪੰਥ ਵਿੱਚ ਆ ਗਿਆ ਤੇ ਸਾਡੇ ਧਰਮ ਦਾ ਤੇ ਵਾਵਾ ਹੋ ਜਾਣੀ ਹੈ। ਤੇ ਮਹਾਰਾਜ ਨੇ ਇੱਥੇ ਗੱਲ ਸਮਝਾਈ, ਆਈ ਪੰਥੀ ਸਗਲ ਜਮਾਤੀ। ਭਾਈ ਤੁਸੀਂ ਇਹ ਪੰਥ 'ਚ ਆਪਣਾ ਵੱਖਰਾਪਨ ਨਾ ਲਿਆਓ, ਸਾਰਿਆਂ ਨੂੰ ਇਕੱਠੀ ਜਮਾਤ, ਸਾਰਿਆਂ ਨੂੰ ਇੱਕੋ ਜਮਾਤ ਵਿੱਚ ਲਿਆਓ, ਸਗਲ ਜਮਾਤੀ। ਕਿਸੇ ਨੂੰ ਇਹ ਨਾ ਕੋਈ ਛੋਟਾ ਹੈ ਤੇ ਮੇਰੇ ਪੰਥ 'ਚ ਨਹੀਂ ਆਉਣਾ, ਮੇਰੇ ਪੰਥ। ਭਾਈ ਕੋਈ ਜਮਾਤ ਬਣਾਓ। ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ, ਗੁਰੂ ਪਾਤਸ਼ਾਹ ਨੇ ਸਿੱਖ ਸਮਾਜ ਬਣਾਇਆ, ਸਿੱਖ ਸੰਗਤ ਬਣਾਈ ਏ। ਅਸੀਂ ਪਤਾ ਨਹੀਂ ਵਖਰੇਵੇ ਪਾ ਕੇ ਆਪਣੀਆਂ ਮਰਿਆਦਾ ਲੈ ਕੇ ਪਤਾ ਨਹੀਂ ਕਿਹੜੀ ਜਗ੍ਹਾ ਪਹੁੰਚ ਰਹੇ ਹਾਂ। ਤਾਂ ਗੁਰੂ ਮਹਾਰਾਜ ਇੱਥੇ ਕਹਿੰਦੇ ਨੇ ਕਿ ਸਾਰਿਆਂ ਨੂੰ ਬਰਾਬਰ ਲੈ ਕੇ ਚੱਲੋ, ਇਹ ਨਹੀਂ ਇਹ ਛੋਟਾ ਹੈ ਵੱਡਾ ਹੈ। ਤੇ ਮਹਾਰਾਜ ਨੇ ਕਿਹਾ, ਆਈ ਪੰਥੀ ਸਗਲ ਜਮਾਤੀ। ਜੇ ਤੁਸੀਂ ਇਸ ਤਰ੍ਹਾਂ ਚੱਲੋਗੇ ਤੇ ਕੀ ਹੋਏਗਾ, ਮਨ ਜੀਤੈ ਜਗ ਜੀਤ। ਜੇ ਤੁਸੀਂ ਮਨ ਨੂੰ ਜਿੱਤ ਲਿਆ ਤੇ ਸਾਰੇ ਜਗ ਨੂੰ ਆਪੇ ਜਿੱਤ ਲਿਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਏ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਜਿੱਤਣਾ ਸੀ, ਤੁਸੀਂ ਤੇ ਸਰੀਰ ਦੇ ਉੱਤੇ ਜਿੱਤਣ ਤੇ ਆ ਗਏ ਹੋ। ਮਹਾਰਾਜ ਕਹਿੰਦੇ ਨੇ ਜਿਨੇ ਮਨ ਨੂੰ ਜਿੱਤ ਲਿਆ ਨਾ, ਇੱਕ ਗੁਰਬਾਣੀ 'ਚ ਪੰਕਤੀ ਆਉਂਦੀ ਹੈ, ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗ ਤਿਨਹੇ ਜਿਤਾਨਾ। ਜਿਨੇ ਮਨ ਨੂੰ ਆਪਣੇ ਜਿੱਤ ਲਿਆ ਨਾ, ਉਹ ਸਾਰੇ ਜਗ ਨੂੰ ਆਪੇ ਜਿੱਤ ਲਏਗਾ। ਸਭ ਤੋਂ ਔਖਾ ਕੰਮ ਹੈ ਸੰਸਾਰ ਵਿੱਚ ਮਨ ਨੂੰ ਜਿੱਤਣਾ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਸਰੀਰ ਨੂੰ ਨਹੀਂ ਸਮਝਾ ਰਹੀ, ਕਿਸੇ ਜਾਨਵਰ ਨੂੰ ਨਹੀਂ ਸਮਝਾ ਰਹੀ, ਕਿਸੇ ਪੰਛੀ ਨੂੰ ਨਹੀਂ ਸਮਝਾ ਰਹੀ, ਕਿਸੇ ਪੇੜ ਪੌਦੇ ਨੂੰ ਨਹੀਂ ਸਮਝਾ ਰਹੀ। ਇਸ ਜੀਵਾਂ ਦੇ ਅੰਦਰ ਜਿਹੜਾ ਮਨ ਹੈ ਉਸ ਨੂੰ ਸਮਝਾ ਰਹੀ ਹੈ, ਉਸ ਦੀ ਘਾੜਤ ਕੱਢ ਰਹੇ ਨੇ, ਉਸ ਨੂੰ ਸਮਝਾਉਣਾ ਚਾਹ ਰਹੇ ਨੇ। ਮਹਾਰਾਜ ਸਾਧੋ ਮਨ ਕਾ ਮਾਨ ਤਿਆਗੋ। ਦੇਖੋ ਗੱਲ ਹੀ ਮਨ ਦੀ ਹੋ ਰਹੀ ਹੈ। ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ। ਤੋ ਮਹਾਰਾਜ ਕਹਿੰਦੇ ਨੇ ਜਿਨੇ ਮਨ ਨੂੰ ਜਿੱਤ ਲਿਆ ਨਾ, ਉਹਨੇ ਜਗ ਨੂੰ ਜਿੱਤ ਲਿਆ। ਪੜ੍ਹਦੇ ਆ ਨਾ ਸ਼ਬਦ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਈਅਤ ਹੈ ਸੂਰਾ ਆਤਮ ਜਿਣੈ, ਸਗਲ ਵਸਤਾਂ ਕੇ ਜਾ ਕਾ ਸਤਿਗੁਰ ਪੂਰਾ। ਜਿਨੇ ਇਸ ਮਨ ਨੂੰ ਕੰਟਰੋਲ ਕਰ ਲਿਆ, ਮਨ ਨੂੰ ਕਾਬੂ ਵਿੱਚ ਕਰ ਲਿਆ, ਜਿਸ ਦਿਨ ਸਿੱਖਾ ਤੇਰਾ ਮਨ ਕਾਬੂ ਹੋ ਗਿਆ, ਉਸ ਦਿਨ ਸਮਝ ਲੈ ਸੰਸਾਰ ਦੇ ਵਿੱਚ ਤੇਰੀ ਜਿੱਤ ਹੋ ਗਈ। ਮਨ ਜੀਤੇ ਜਗ ਜੀਤ, ਪੂਰੇ ਜਗ ਨੂੰ ਤੂੰ ਆਪੇ ਜਿੱਤ ਲਿਆ ਹੈ। ਤੋ ਮਹਾਰਾਜ ਕਹਿੰਦੇ ਨੇ ਫਿਰ ਆਦੇ ਤਿਸੈ ਆਦੇਸ਼। ਜਿਸ ਤਰ੍ਹਾਂ ਉਹ ਮਿਲਦੇ ਸੀ ਆਪਸ ਵਿੱਚ ਕਹਿੰਦੇ ਸਨ ਆਦੇਸ਼,
ਤਿਸੈ ਆਦੇਸ। ਉਹ ਆਪਸ ਵਿੱਚ ਮਿਲਦੇ, ਮਹਾਰਾਜ ਵੇਖਿਆ ਉਹ ਨਮਸਕਾਰ ਕਰ ਰਹੇ ਨੇ, ਨਮਸਕਾਰ ਨਮਸਕਾਰ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਉਸ ਨੂੰ ਆਦੇਸ਼, ਨਮਸਕਾਰ ਕਰੋ ਕਿਹਨੂੰ? ਤਿਸੈ। ਤਿਸੈ ਭਾਵ ਉਸ ਪਰਮਾਤਮਾ ਨੂੰ ਨਮਸਕਾਰ ਕਰੋ ਜਿਹਦੇ ਸਦਕੇ ਇਹ ਇੱਕ ਪਲੇਟਫਾਰਮ ਤੇ ਅਸੀਂ ਬੈਠੇ ਹਾਂ ਨਾ, ਇੱਕ ਜ਼ੂਮ ਰਾਹੀਂ, ਇਹ ਕਿਹਦੇ ਸਦਕੇ ਬੈਠੇ ਹਾਂ? ਉਸ ਪਰਮਾਤਮਾ ਦੇ। ਉਹਨੂੰ ਨਮਸਕਾਰ ਕਰੋ, ਉਹਦੀ ਨਮਸਕਾਰ ਬੰਦੀ ਹੈ, ਉਹਦੇ ਸੁਭਾਅ, ਉਹਦੇ ਸਦਕੇ ਹੀ ਅਸੀਂ ਮਿਲ ਬੈਠ ਕੇ ਅਸੀਂ ਸਾਂਝ ਕਰ ਰਹੇ ਹਾਂ। ਉਹ ਕੀ ਹੈ ਪਰਮਾਤਮਾ? ਆਦ ਮੁੱਢ ਤੋਂ ਹੈ, ਅਨੀਲ ਜਿਹਦਾ ਕੋਈ ਰੂਪ ਨਹੀਂ ਹੈ। ਵਿਦਵਾਨਾਂ ਨੇ ਬੜੇ ਅਰਥ ਕੀਤੇ ਨੇ, ਰੂਪ ਨਹੀਂ ਹੈ, ਗਿਣਤੀ ਵੀ ਨਹੀਂ ਹੈ, ਉਹ ਅਪਵਿੱਤਰਤਾ ਤੋਂ ਵੀ ਰਹਿਤ ਹੈ, ਉਹ ਅਨੀਲ ਹੈ, ਉਸ ਨੂੰ ਨਮਸਕਾਰ ਕਰਨੀ ਹੈ। ਆਦ ਅਨੀਲ ਅਨਾਦ ਅਨਆਦ, ਜਿਹਦਾ ਕੋਈ ਮੁੱਢ ਹੀ ਨਹੀਂ ਹੈ, ਕੋਈ ਨਹੀਂ ਦੱਸ ਸਕਦਾ ਪਰਮਾਤਮਾ ਦਾ ਮੁੱਢ ਕਦੋਂ ਸੀ, ਉਸ ਨੂੰ ਅਸੀਂ ਕਰਨਾ ਹੈ ਯਾਦ। ਅਨਾਹਤ ਅਨਹਾਤ, ਜਿਹਦਾ ਕੋਈ ਨਾਸ਼ ਨਾ ਹੋ ਸਕੇ, ਨਾਸ਼ ਤੋਂ ਰਹਿਤ ਹੈ ਪਰਮਾਤਮਾ। ਸਾਰੀ ਇਹ ਦੁਨੀਆ ਜਿਤਨੀ ਸੰਸਾਰ ਵੇਖ ਰਹੇ ਹੋ ਨਾ, ਸਭ ਨੇ ਨਾਸ਼ ਹੋ ਜਾਣਾ ਹੈ, ਪਰ ਪਰਮਾਤਮਾ ਇੱਕ ਐਸਾ ਹੈ, ਉਹਨੇ ਨਾਸ਼ ਨਹੀਂ ਹੋਣਾ। ਅਨਾਹਤ ਜੁਗ ਜੁਗ ਏਕੋ ਵੇਸ, ਹਰ ਯੁੱਗ ਦੇ ਵਿੱਚ ਉਹਦਾ ਇੱਕੋ ਹੀ ਰੂਪ ਰਹਿਣਾ ਹੈ। ਅਸੀਂ ਸੰਸਾਰ ਵਿੱਚ ਆਉਣਾ ਹੈ ਤੇ ਜਿਉਂਦੇ ਰਹਿਣਾ ਹੈ। ਤਾਂ ਮਾਰੇ ਕਹਿੰਦੇ ਨਮਸਕਾਰ ਕਰਨੀ ਹੈ ਉਸ ਪਰਮਾਤਮਾ ਨੂੰ ਜਿਹੜਾ ਮੁੱਢ ਤੋਂ ਹੈ, ਜਿਹੜਾ ਰੂਪ ਰੰਗ ਤੋਂ ਰਹਿਤ ਹੈ, ਜਿਹੜਾ ਵਿਕਾਰਾਂ ਤੋਂ ਰਹਿਤ ਹੈ, ਜਿਹੜਾ ਨਾਸ਼ ਹੋਣ ਤੋਂ ਰਹਿਤ ਹੈ, ਜਿਹਦਾ ਕੋਈ ਮੁੱਢ ਵੀ ਨਹੀਂ ਹੈ, ਜਿਹਦਾ ਵੇਸ ਵੀ ਇੱਕੋ ਹੈ, ਉਸ ਪਰਮਾਤਮਾ ਨੂੰ ਨਮਸਕਾਰ ਕਰੋ। ਸਾਡਾ ਵੀ ਇਹੀ ਫਰਜ਼ ਬਣਦਾ ਹੈ ਕਿ ਅਸੀਂ ਪਰਮਾਤਮਾ ਦੇ ਅੱਗੇ ਨਕਮਸਤਕ ਹੋਈਏ, ਕਿਸੇ ਵੀ ਅੱਗੇ ਅਸੀਂ ਨਕਮਸਤਕ ਨਾ ਹੋਈਏ, ਕਿਉਂਕਿ ਸਭ ਨੇ ਇੱਕ ਦਿਨ ਸੰਸਾਰ ਵਿੱਚੋਂ ਟੁਰ ਜਾਣਾ ਹੈ। ਤੋ ਜੋਗੀਆਂ ਨੂੰ ਉਹਨਾਂ ਦੇ ਰੂਪ ਵੇਖ ਕੇ ਮਹਾਰਾਜ ਨੇ ਕਿਹਾ, ਭਾਈ ਗ੍ਰਸਤ ਨੂੰ ਨਿੰਦੋ ਨਾ, ਗ੍ਰਸਤ ਤੇ ਸੰਸਾਰ ਦੀ ਕਾਰ ਹੈ, ਇਹ ਪਰਮਾਤਮਾ ਵੱਲੋਂ ਚਲਾਈ ਜਾਣੀ ਹੈ, ਔਰ ਤੁਸੀਂ ਘਰ ਨਹੀਂ ਚਲਾਣਾ। ਤੁਸੀਂ ਫਿਰ ਜਿਨ੍ਹਾਂ ਦੇ ਨਿੰਦਦੇ ਹੋ, ਜਾ ਕੇ ਉਹਨਾਂ ਕੋਲੋਂ ਹੀ ਮੰਗ ਕੇ ਆਪਣੀ ਰੋਜੀ ਰੋਟੀ ਕਮਾਉਂਦੇ ਹੋ, ਆਪਣਾ ਪੇਟ ਭਾਲਦੇ ਹੋ। ਤੇ ਜੇ ਚੰਗਾ ਇਹ ਹੋਵੇ, ਇਹ ਹੱਥਾਂ ਦੇ ਵਿੱਚ, ਹੱਥ ਵਿੱਚ ਠੂਠਾ ਫੜਨ ਦੀ ਬਜਾਏ ਇਹਨਾਂ ਦੇ ਵਿੱਚੋਂ ਕਾਰ ਕਰੋ, 10 ਨੂੰਹਾਂ ਦੀ ਕਮਾਈ ਕਰੋ, ਆਪ ਵੀ ਪੇਟ ਪਾਲੋ, ਆਪਣੇ ਇਸ ਗ੍ਰਸਤ ਜੀਵਨ ਪਰਿਵਾਰ ਦਾ ਵੀ ਪੇਟ ਪਾਲੋ, ਤੇ ਅੱਗੋਂ ਮਹਾਰਾਜ ਕਿਰਪਾ ਕਰਨ ਉਹ ਦਸਵੰਤ ਦੇ ਵਿੱਚੋਂ ਦੁਨੀਆ ਦੇ ਵਿੱਚ ਵੀ ਕੋਈ 1-2 ਪਰਿਵਾਰਾਂ ਦੀ ਜ਼ਿੰਮੇਵਾਰੀ ਲੈ ਕੇ ਇਸ ਸੰਸਾਰ ਦੇ ਵਿੱਚ ਇਹ ਕਰ ਦੇ ਨਾਲ ਉਸ ਪਰਮਾਤਮਾ ਦੀ ਭਗਤੀ ਕਰ। ਤਾਂ ਜੋਗੀਆਂ ਨੂੰ ਸਮਝਾਇਆ, ਜਿਹੜੇ ਜੋਗੀ ਸਮਝ ਗਏ ਉਹ ਤੇ ਇਸ ਕੁਰਾਏ ਪੈਣ ਤੋਂ ਹਟ ਗਏ, ਜਿਹੜੇ ਨਹੀਂ ਸਮਝੇ ਉਹ ਅੱਜ ਵੀ ਉਸੇ ਰਸਤਾ ਤੇ ਚੱਲ ਰਹੇ ਨੇ। ਅਸੀਂ ਵੀ ਨਿਰਣਾ ਲੈਣਾ ਹੈ ਕਿ ਅਸੀਂ ਗੁਰੂ ਨਾਨਕ ਦੇ ਘਰ ਦੇ ਪੁਜਾਰੀ ਬਣੇ ਹਾਂ, ਤੇ ਅਸੀਂ ਵੀ ਹਾਥੀ ਠੂਠਾ ਨਹੀਂ ਪੜਨਾ, ਕਿਸੇ ਕੋਲ ਮੰਗਣ ਨਹੀਂ। ਮਾਰੇ ਕਹਿੰਦੇ ਨਾ, ਉਹ ਕਹਿੰਦੇ ਨਾ, ਮੰਗਣ ਗਿਆ ਸੋ ਮਰ ਗਿਆ। ਜਿਹੜਾ ਮੰਗਣ ਜਾਂਦਾ ਉਹ ਸਮਝੋ ਮਰ ਹੀ ਗਿਆ, ਪਹਿਲਾਂ ਤਾਂ ਮਰ ਹੀ ਗਿਆ, ਉਹਨੇ ਆਪਣੇ ਆਪ ਨੂੰ ਮਾਰਿਆ ਤਾਂ ਹੀ ਮੰਗਣ ਗਿਆ ਨਾ। ਤਾਂ ਇਸ ਕਰਕੇ ਗੁਰੂ ਸਾਹਿਬ ਨੇ ਜੇ ਤੁਹਾਨੂੰ ਸਰੀਰ ਸੋਹਣਾ ਸੁਡਾਲ ਸਰੀਰ ਦਿੱਤਾ ਹੈ, ਉਹਦੇ ਨਾਲ ਉਹਦੀ ਵਰਤੋਂ ਕਰਕੇ ਆਪ ਵੀ ਆਪਣਾ ਵੀ ਪੇਟ ਭਰੋ ਤੇ ਪਰਿਵਾਰ ਦਾ ਵੀ ਪਾਲੋ। ਤਾਂ ਗ੍ਰਸਤ ਨੂੰ ਮਹਾਰਾਜ ਨੇ ਕਿਹਾ, ਤੁਸੀਂ ਨਿੰਦੋ ਨਾ ਭਾਈ, ਗ੍ਰਸਤ ਪ੍ਰਧਾਨ ਹੈ। ਤਾਂ ਗ੍ਰਸਤ ਨੂੰ, ਕਿਉਂਕਿ ਗ੍ਰਸਤਨ ਮੇਂ ਤੂੰ ਵੱਡੋ ਗ੍ਰਸਤੀ, ਗੁਰੂ ਸਾਹਿਬ ਆ ਵੱਡੇ ਗ੍ਰਸਤੀ ਹੋਏ ਨੇ, ਤੇ ਜੇ ਪਰਮਾਤਮਾ ਦੇ ਘਰ ਦੇ ਵੱਡੇ ਵੱਡੇ ਪੀਰ ਪੈਗੰਬਰ ਗ੍ਰਸਤੀ ਹੋਏ ਨੇ, ਤੇ ਅਸੀਂ ਫਿਰ ਕਿਸ ਖੇਤ ਦੀ ਮੂਲੀ ਹਾਂ? ਅਸੀਂ ਵੀ ਗ੍ਰਸਤ ਦੇ ਵਿੱਚ ਰਹਿ ਕੇ, ਉਸ ਪਰਿਵਾਰ ਦੇ ਵਿੱਚ ਰਹਿ ਕੇ, ਉਸ ਨਾਮਾ ਕਹੇ ਤਿਰਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕੰਮ ਸਭ ਚਿਤ ਨਿਰੰਜਨ ਨਾਲ। ਅਸੀਂ ਚਿਤ ਆਪਣਾ ਉਸ ਪਰਮਾਤਮਾ ਦੇ ਨਾਲ ਰੱਖੀਏ, ਕੰਮ ਛੱਡਣ ਦੀ ਲੋੜ ਨਹੀਂ, ਬੱਚੇ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡਣ ਦੀ ਲੋੜ ਨਹੀਂ, ਇਹਦੇ ਵਿੱਚ ਹੀ ਰਹਿ ਕੇ ਜਿਸ ਤਰ੍ਹਾਂ ਪਾਣੀ ਵਿੱਚ ਬੇੜੀ ਰਹਿੰਦੀ ਏ, ਉਹ ਤਰਦੀ ਵੀ ਏ, ਤੇ ਜਿਹੜੇ ਗ੍ਰਸਤ ਤੋਂ ਨਿੰਦਦੇ ਨੇ ਉਹ ਪਾਣੀ, ਫਿਰ ਬੇੜੀ ਉਹ ਪਾਣੀ ਦੇ ਵਿੱਚ ਡੁੱਬ ਵੀ ਜਾਂਦੀ ਹੈ। ਤਾਂ ਗੁਰੂ ਮਹਾਰਾਜ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਨੈਟਵਰਕ ਦੀ ਪ੍ਰੋਬਲਮ ਸੀ, ਸੋ ਮਹਾਰਾਜ ਨੇ ਕਿਰਪਾ ਕੀਤੀ, ਅੱਜ ਦੀ ਸੇਵਾ ਲਈ ਹੈ। ਸਾਰੀ ਸੰਗਤਾਂ ਦਾ ਧੰਨਵਾਦ ਜੋ ਆਪ ਜੀ ਬੜੇ ਪਿਆਰ ਨਾਲ ਬੈਠ ਕੇ ਸਤਿਗੁਰਾਂ ਦੀ ਬਾਣੀ ਨੂੰ, ਵਿਚਾਰ ਨੂੰ ਸਮਝਦੇ ਹੋ,
ਵਿਚਾਰਦੇ ਹੋ, ਜਿੱਥੇ ਅਸੀਂ ਬੋਲਨੇ ਹਾਂ, ਕਹਿੰਦੇ ਹਾਂ, ਆਪ ਵੀ ਇੱਕ ਦੋ ਪੈਸੇ ਅਸੀਂ ਚੱਲੀਏ ਤੇ ਆਪ ਇਹਨਾਂ ਜੋ ਵੀ ਗੁਣ ਪਰਮਾਤਮਾ ਦੇ ਹਨ ਅਸੀਂ ਧਾਰਨ ਕਰੀਏ, ਕਿਸੇ ਸਰੀਰ ਦੇ ਨਾਲ ਜੁੜੀਏ। ਗੁਰੂ ਨੇ ਸਾਨੂੰ ਸਰੀਰ ਦਿੱਤਾ ਹੈ, ਉਸ ਸਰੀਰ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜੀਏ ਮਨ ਨੂੰ, ਤੇ ਜਿਹੜੇ ਹੱਥ ਪੈਰ ਦਿੱਤੇ ਨੇ ਉਹਨਾਂ ਨਾਲ ਕਾਰ ਕਰੀਏ, ਤਾਂ ਕਿ ਅਸੀਂ ਜੀਵਨ ਦੇ ਵਿੱਚ ਅਸੀਂ ਕਿਸੇ ਕੋਲ ਮੰਗੀਏ ਨਾ, ਕਿਉਂਕਿ ਅਣਖ ਦੀ ਗੈਰਤ ਦੀ ਜ਼ਿੰਦਗੀ ਅਸੀਂ ਜੀਏ। ਇਹ ਗੁਰੂ ਨਾਨਕ ਪਾਤਸ਼ਾਹ ਨੇ ਜੋਗੀਆਂ ਨੂੰ ਸੰਦੇਸ਼ ਦਿੱਤਾ ਹੈ, ਜੋਗੀਆਂ ਨੂੰ ਨਹੀਂ ਸਾਨੂੰ ਸਭ ਨੂੰ ਦਿੱਤਾ ਹੈ ਕਿ ਭਾਈ ਤੁਸੀਂ ਸੰਸਾਰ ਵਿੱਚ ਰਹਿ ਕੇ ਇਸ ਤਰ੍ਹਾਂ ਦੇ ਤੁਸੀਂ ਵੀ ਕਾਰਜ ਕਰਨੇ ਨੇ। ਉਹਨਾਂ ਮਹਾਰਾਜ ਨੇ ਸਿੱਖ ਨੂੰ ਇੱਕ ਬਾਦਸ਼ਾਹ ਬਣਾ ਕੇ ਸੰਸਾਰ ਵਿੱਚ ਭੇਜਿਆ ਹੈ। ਤਾਂ ਮਹਾਰਾਜ ਕਹਿੰਦੇ ਨੇ ਤੁਸੀਂ ਕਿਸੇ ਦੇ ਅੱਗੇ ਨਾ ਮੰਗੋ, ਸਿਰਫ ਪਰਿਵਾਰ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦਾ ਨਾਮ ਜਪੋ, ਕਾਰ ਕਰੋ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਹੋਣ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ